ਵਾਹਿਗੁਰੂ ਸਾਹਿਬ ਜੀ। ਘਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਗਵ ਜਨ ਭਲ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸੋ ਕਉ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਵੈ। ਸਿਫਤ ਖਸਮਦੀ ਨੂਰੇ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਤੀਜਾ। ਜੋ ਹਰ ਸੇਵੇ ਤਿਨ ਬਲ ਜਾਓ, ਤਿਨ ਹਿਰਦੈ ਸਾਚ ਸੱਚਾ ਮੁਖ ਨਾਓ। ਸਾਚੋ ਸਾਚ ਸੰਭਾਲਿਓ ਦੁਖ ਜਾਏ। ਸਾਚੇ ਸ਼ਬਦ ਵਸੈ ਮਨ ਆਏ। ਗੁਰਬਾਣੀ ਸੁਣ ਮੈਲ ਗਵਾਏ। ਸਹਿਜੇ ਹਰ ਨਾਮ ਮਨ ਵਸਾਏ। ਜੋ ਹਰ ਸੇਵੈ ਤਿਨ ਬਲ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਕੀ ਸਾਜੀ ਨਵਾਜੀ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਆਨੰਦ ਰਸ ਨੂੰ ਪ੍ਰਾਪਤ ਕੀਤਾ ਹੈ। ਇਸ ਵੇਲੇ ਸਤਿਗੁਰਾਂ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਦਾ ਸਮਾਂ ਹੋਇਆ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਤੀਜਾ। ਤਨਾਸਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੋ ਹਰ ਸੇਵ ਹੈ ਤਿਨ ਬਲ ਜਾਓ। ਸਤਿਗੁਰੂ ਬਖਸ਼ਿਸ਼ ਕਰਦੇ, ਐ ਪਰਮਾਤਮਾ ਜੋ ਤੈਨੂੰ ਸੇਵਦੇ ਨੇ,
ਤੇਰੀ ਸੇਵਾ ਕਰਦੇ ਨੇ ਉਹਨਾਂ ਤੋਂ ਬਲਿਹਾਰ ਜਾਣਾ ਕਰੀਏ, ਕੁਰਬਾਨ ਜਾਣਾ ਕਰੀਏ, ਸਦਕੇ ਜਾਣਾ ਕਰੀਏ। ਕਿਹਨਾਂ ਤੋਂ ਬਲਿਹਾਰ ਜਾਈਏ? ਹਉ ਤਿਸ ਘੋਲ ਕਮਾਇਆ, ਉਹਨਾਂ ਤੋਂ ਕੁਰਬਾਨ ਜਾਈਏ, ਸਦਕੇ ਜਾਣਾ ਕਰੀਏ ਜੋ ਤੇਰੀ ਸੇਵਾ ਕਰਦੇ ਨੇ। ਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਬਚਨ ਲਿਖਿਆ, ਪੂਜਾ ਕੀਚੈ ਹਰ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਪਰਮੇਸ਼ਰ ਦੀ ਪੂਜਾ ਨਹੀਂ ਹੈ, ਨਾਮ ਜਪਣਾ ਹੀ ਉਸ ਦੀ ਪੂਜਾ ਹੈ। ਅਸਲ ਵਿੱਚ ਬਚਨ ਇਹ ਹੈ ਕਿ ਬਚਨ ਮੰਨਣਾ ਸਭ ਤੋਂ ਵੱਡੀ ਪੂਜਾ ਹੈ। ਜੇ ਕਿਸੇ ਨੇ ਸੇਵਾ ਕਰਨੀ ਹੈ ਨਾ ਗੁਰੂ ਦੀ, ਕਿਸੇ ਨੇ ਸੇਵਾ ਕਰਨੀ ਹੈ ਪਰਮੇਸ਼ਰ ਦੀ, ਤੇ ਸਭ ਤੋਂ ਵੱਡੀ ਸੇਵਾ ਇਹ ਹੈ ਜਿਹੜਾ ਹੁਕਮ ਮੰਨਣਾ, ਬਚਨ ਮੰਨਣਾ ਹੈ। ਤੇ ਬਚਨ ਕੀ ਹੈ? ਨਾਮ ਜਪਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਪੜ੍ਹ ਲਈਏ ਤੇ ਥਾਵਾਂ ਥਾਵਾਂ ਦੇ ਬਚਨ ਇਹ ਮਿਲੇਗਾ ਵੀ ਨਾਮ ਜਪਣਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਜੇ ਨਾਮ ਜਪਿਆ ਹੀ ਨਹੀਂ, ਹੁਕਮ ਤੇ ਮੰਨਿਆ ਹੀ ਨਹੀਂ, ਤੇ ਪ੍ਰਾਪਤੀ ਤਾਂ ਨਹੀਂ ਹੈ। ਜੋ ਹਰ ਸੇਵਾ ਹੈ, ਪਰਮਾਤਮਾ ਦੀ ਸੇਵਾ ਜਿਹੜੀ ਉਹ ਨਾਮ ਜਪਣਾ ਹੀ ਹੈ। ਜਿਹੜੇ ਨਾਮ ਜਪਦੇ ਨੇ ਜਾਂ ਹੱਥਾਂ ਦੇ ਨਾਲ ਸੇਵਾ ਕਰਦੇ, ਤਿੰਨ ਬਲ ਜਾਓ ਉਹਨਾਂ ਗੁਰਮੁਖਾਂ ਤੋਂ ਭਾਈ ਬਲਿਹਾਰ ਜਾਣਾ ਕਰੀਏ, ਕੁਰਬਾਨ ਸਦਕੇ ਜਾਣਾ ਕਰੀਏ। ਤਿਨ ਹਿਰਦੈ ਸਾਚ ਸੱਚਾ ਮੁਖ ਨਾਉ, ਉਹਨਾਂ ਦੇ ਹਿਰਦੇ ਵੀ ਸੱਚੇ ਨੇ, ਕਿਉਂਕਿ ਹਿਰਦੇ ਵਿੱਚ ਸੱਚਾ ਨਾਮ ਹੈ। ਹਿਰਦੇ ਵਿੱਚ ਸੱਚਾ ਨਾਮ ਹੈ, ਮੁਖ ਦੇ ਵਿੱਚ ਵੀ ਸੱਚਾ ਨਾਮ ਹੈ। ਜਿਹੋ ਜਿਹੇ ਅੰਦਰੋਂ ਨੇ ਉਹੋ ਜਿਹੇ ਬਾਹਰੋਂ ਨੇ, ਜਿਹੋ ਜਿਹੇ ਜ਼ੁਬਾਨ ਤੋਂ ਨੇ ਉਹੋ ਜਿਹੇ ਹਿਰਦੇ ਤੋਂ ਨੇ। ਦੁਨੀਆ ਦੇ ਲੋਕ ਐਸੇ ਨੇ ਜਿਨ ਮਨ ਹੋਰ ਮੁਖ ਹੋਰ। ਕਿਸੇ ਵਿਅਕਤੀ ਦੇ ਕੋਲ ਬੈਠੋਗੇ ਨਾ, ਅੰਦਰ ਤੇ ਉਹਦੇ ਕੋੜ ਭਰਿਆ, ਹੰਕਾਰ ਭਰਿਆ, ਈਰਖਾ ਭਰੀ ਹੈ, ਪਰ ਮੂੰਹ ਦੇ ਨਾਲ ਬੜੀਆਂ ਮਿੱਠੀਆਂ ਗੱਲਾਂ ਇਸ ਤਰ੍ਹਾਂ ਦੀਆਂ ਕਰੇਗਾ ਵੀ ਤੁਹਾਨੂੰ ਇਸ ਤਰ੍ਹਾਂ ਲੱਗੇ ਵੀ ਇਹ ਮੇਰੇ ਬਿਨਾਂ ਤੇ ਜਿਉਂਦਾ ਹੀ ਨਹੀਂ ਰਹਿ ਸਕਦਾ। ਇਹ ਮੇਰਾ ਬੜਾ ਭਲਾ ਚਾਹੁੰਦਾ ਹੈ, ਭਲਾ ਨਹੀਂ ਚਾਹੁੰਦਾ, ਕੇਵਲ ਮੂੰਹ ਦਾ ਮਿੱਠਾ, ਪਰ ਅੰਦਰ ਉਹ ਤੇਰੇ ਪ੍ਰਤੀ ਕੀ ਸੋਚਦਾ, ਉਹਦੇ ਮਨ ਵਿੱਚ ਕੋੜ ਹੈ, ਈਰਖਾ ਹੈ। ਇਹ ਸੰਸਾਰੀ ਲੋਕਾਂ ਦੀ ਬਿਰਤੀ ਹੈ। ਪਰ ਜਿਹੜੇ ਨਿਰੰਕਾਰੀ ਲੋਕ ਹੁੰਦੇ ਨਾ, ਪਰਮਾਤਮਾ ਦੇ ਪਿਆਰੇ, ਉਹ ਬਿਲਕੁਲ ਉਲਟ ਹੁੰਦੇ ਨੇ। ਜਿਹੋ ਜਿਹੇ ਅੰਦਰ ਉਹੋ ਜਿਹੇ ਬਾਹਰੋਂ। ਜੋ ਹਿਰਦੇ ਵਿੱਚ ਹੈ ਉਹੀ ਜ਼ੁਬਾਨ 'ਤੇ ਹੈ। ਨਾ ਉਹ ਝੂਠ ਬੋਲਦੇ, ਨਾ ਕਪਟ, ਨਾ ਵਲ, ਨਾ ਛਲ। ਰਾਜਨੀਤਿਕ ਲੋਕ ਜਿਹੜੇ ਨੇ ਫੈਸਲਾ ਕਰਨ ਤੋਂ ਪਹਿਲਾਂ, ਗੱਲ ਕਰਨ ਤੋਂ ਪਹਿਲਾਂ ਆਖਣਗੇ 1 ਮਿੰਟ ਰੁਕ ਜਾਓ ਮੈਂ ਸਲਾਹ ਕਰ ਲਵਾਂ, ਪਰੇ ਜਾ ਕੇ ਇੱਕ ਦੂਜੇ ਦੇ ਕੰਨ ਵਿੱਚ ਫੂਕ ਮਾਰਨਗੇ। ਸਲਾਹ ਕੁਝ ਹੋਰ ਕੀਤੀ ਹੈ, ਬਿਆਨ ਕੁਝ ਅੱਗੇ ਹੋਰ ਕੀਤਾ, ਕਰਨਾ ਕੁਝ ਹੋਰ ਹੈ, ਵਿਖਾਵਾ ਕੁਝ ਹੋਰ ਹੈ। ਪਰ ਜਦੋਂ ਕਿਸੇ ਸੰਤ ਕੋਲ ਜਾਓਗੇ ਨਾ, ਸਾਧੂ ਕੋਲ, ਉਹ ਇਹ ਨਹੀਂ ਕਹੇਗਾ ਵੀ ਮੈਂ ਪਰੇ ਜਾ ਕੇ ਕਿਸੇ ਦੀ ਸਲਾਹ ਲੈ ਆਵਾਂ ਜਾਂ ਕਿਸੇ ਹੋਰ ਨੂੰ ਕੋਈ, ਤੇ ਤੁਹਾਨੂੰ ਕੋਲ ਜਿਹੜਾ ਬਚਨ ਹੈ ਮੂੰਹ 'ਤੇ ਹੀ ਕਹਿ ਦੇਣਾ, ਉਸੇ ਵੇਲੇ ਹੀ ਕਹਿ ਦੇਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਿਨ ਹਿਰਦੈ ਸਾਚ, ਉਹਨਾਂ ਦੇ ਹਿਰਦੇ ਵਿੱਚ ਸੱਚਾ ਨਾਮ ਹੈ। ਤੇ ਸੱਚਾ ਮੁਖ ਨਾਉ, ਉਹਨਾਂ ਦੇ ਮੁਖ ਵਿੱਚ ਵੀ ਭਾਈ ਨਾਮ, ਅੰਦਰ ਵੀ ਵਾਹਿਗੁਰੂ, ਜ਼ੁਬਾਨ 'ਤੇ ਵੀ ਵਾਹਿਗੁਰੂ। ਇਸ ਤਰ੍ਹਾਂ ਉਹ ਗੁਰਮੁਖ ਸੱਚੇ ਨਾਮ ਦੀ ਪ੍ਰਾਪਤੀ ਵਾਲੇ ਹਨ। ਸਾਚੋ ਸਾਚ ਸੰਭਾਲਿਓ ਦੁੱਖ ਜਾਏ, ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹਨ, ਉਹ ਸੱਚੇ ਦੇ ਨਾਮ ਨੂੰ ਗੁਰਮੁਖ ਸੰਭਾਲਦੇ ਨੇ, ਉਸ ਦੇ ਨਾਮ ਨੂੰ ਯਾਦ ਕਰਦੇ। ਸੱਚੇ ਪਰਮਾਤਮਾ ਦੇ ਸੱਚੇ ਨਾਮ ਨੂੰ ਗੁਰਮੁਖ ਯਾਦ ਕਰਦੇ ਨੇ, ਤਾਂ ਕਰਕੇ ਉਹਨਾਂ ਦੇ ਦੁੱਖ ਜਿਹੜੇ ਭੱਜੇ ਜਾ ਰਹੇ, ਦੌੜੇ ਜਾ ਰਹੇ। ਇੱਕ ਨਾਮ ਐਸਾ ਜਿਹੜਾ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਸਾਚੇ ਸ਼ਬਦ ਵਸੈ ਮਨ ਆਏ, ਸੱਚੇ ਪਰਮਾਤਮਾ ਦੇ ਸ਼ਬਦ ਕਹੀਏ ਉਪਦੇਸ਼ ਦੇ ਨਾਲ, ਸੱਚੇ ਗੁਰੂ ਦੇ ਉਪਦੇਸ਼ ਦੇ ਨਾਲ ਵਸੈ ਮਨ ਆਏ। ਪਰਮਾਤਮਾ ਮਨ ਵਿੱਚ ਵਸ ਜਾਂਦਾ। ਵਸਦਾ ਕਿਵੇਂ ਹੈ? ਕੋਈ ਪੁੱਛ ਲਵੇ, ਕੋਈ ਸਵਾਲ ਕਰਨ ਵਾਲਾ ਇਹ ਗੱਲ ਕਹਿ ਦੇਵੇ ਵੀ ਪਰਮਾਤਮਾ ਕਿਵੇਂ ਵਸਦਾ ਹੈ, ਤੇ ਸਤਿਗੁਰੂ ਪਾਤਸ਼ਾਹ ਜਵਾਬ ਦੇਣ ਲੱਗੇ, ਕਹਿਣ ਲੱਗੇ ਸੱਚਾ ਸ਼ਬਦ, ਸੱਚੇ ਗੁਰੂ ਦੇ ਸ਼ਬਦ ਕਹੀਏ ਉਪਦੇਸ਼ ਦੇ ਨਾਲ। ਗੁਰੂ ਉਪਦੇਸ਼ ਦੇਵੇ, ਵਸੈ ਮਨ ਆਏ, ਤਾਂ ਉਹ ਪਰਮਾਤਮਾ ਮਨ ਵਿੱਚ ਵਸਦਾ ਹੈ। ਗੁਰਬਾਣੀ ਸੁਣ ਮੈਲ ਗਵਾਏ, ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਗੁਰਬਾਣੀ ਸੁਣਿਆ ਕਰ ਭਾਈ ਪਿਆਰਿਆ। ਗੁਰਬਾਣੀ ਸੁਣ ਕੇ ਕੀ ਹੁੰਦਾ? ਮੈਲ ਗਵਾਏ। ਇਹ ਜਿਹੜੀ ਤੇਰੀ ਅੰਦਰ ਮੈਲ ਭਰੀ ਹੈ ਨਾ, ਈਰਖਾ ਦੀ, ਵਿਕਾਰਾਂ ਦੀ, ਇਹ ਸਾਰੀ ਚਲੇ ਜਾਏਗੀ। ਕਿਵੇਂ ਜਾਏਗੀ? ਮਹਾਰਾਜ ਕਹਿਣ ਲੱਗੇ ਗੁਰਬਾਣੀ ਸੁਣ। ਜਦੋਂ ਗੁਰਬਾਣੀ ਨੂੰ ਸੁਣੇਗਾ
ਤੇ ਜਿਨ੍ਹਾਂ ਨੇ ਇਸ ਗੁਰਬਾਣੀ ਨੂੰ ਸੁਣਿਆ ਨਾ ਉਹਨਾਂ ਦੀ ਮੈਲ ਵਾਕਿਆ ਹੀ ਚਲੇਗੀ, ਪਰੇ ਹੋ ਗਈ, ਉਹ ਨਿਰਮਲ ਹੋ ਗਏ, ਉਹ ਗੁਰਮੁਖ ਬਣ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਬਾਣੀ ਸੁਣਨ ਦਾ ਬੜਾ ਵੱਡਾ ਫਲ ਮਹਾਤਮ ਹੈ। ਸੰਗਤ ਵਿੱਚ ਬੈਠ ਕੇ ਅਸੀਂ ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਪਾਠ ਸੁਣਦੇ ਹਾਂ, ਤੇ ਮਤਾਂ ਕਿਤੇ ਇਹ ਗੱਲ ਸੋਚ ਲੈਣੀ ਵੀ ਇਹਦਾ ਮੈਨੂੰ ਲਾਭ ਕੋਈ ਨਹੀਂ। ਗੁਰਬਾਣੀ ਸੁਣ, ਜਦੋਂ ਗੁਰਬਾਣੀ ਨੂੰ ਸੁਣੇਗਾ ਮੈਲ ਗਵਾਏ, ਇਹ ਗੁਰਬਾਣੀ ਤੇਰੀ ਮੈਲ ਨੂੰ ਗਵਾ ਦੇਗੀ, ਪਰਾਂ ਕਰ ਦੇਵੇਗੀ। ਐਸੀਆਂ ਦਾਤਾਂ ਮਿਲਦੀਆਂ ਹਨ। ਸਹਿਜੇ ਹਰ ਨਾਮ ਮਨ ਵਸਾਏ। ਫਿਰ ਕਹਿਣ ਲੱਗੇ ਸਹਿਜੇ ਸੁਤੇ ਸਿੱਧੀ ਨਾ, ਪਰਮਾਤਮਾ ਦਾ ਨਾਮ ਤੇਰੇ ਮਨ ਵਿੱਚ ਵਸ ਜਾਏਗਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਨ੍ਹਾਂ ਨੇ ਗੁਰਬਾਣੀ ਨੂੰ ਗੁਰਮੁਖੋਂ ਸੁਣਿਆ ਹੈ ਤੇ ਸਹਿਜੇ ਹੀ ਉਹਨਾਂ ਨੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ। ਸਹਿਜੇ ਹੀ ਨਾਮ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਵਸ ਜਾਂਦਾ ਹੈ। ਰਹਾਉ ਕੂੜਕ ਸਤ ਤ੍ਰਿਸ਼ਨਾ ਅਗਨ ਬੁਝਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾਂ ਦੇ ਅੰਦਰੋਂ ਕੂੜ ਕਹੀਏ ਝੂਠ ਚਲੇ ਜਾਂਦਾ ਹੈ, ਝੂਠ ਵੀ ਉਹਨਾਂ ਦਾ ਖਤਮ ਹੋ ਗਿਆ ਹੈ। ਦੂਜਾ ਬਚਨ ਕੁਸਤ ਤੋਂ ਭਾਵ ਹੁੰਦਾ ਖੋਟਾ ਹੱਠ। ਹੱਠ ਕਰਨਾ ਨਾ, ਹੱਠ ਵੀ ਕਈ ਤਰ੍ਹਾਂ ਦਾ ਹੈ। ਅੰਮ੍ਰਿਤ ਵੇਲੇ ਉੱਠਣਾ, ਇਹ ਵੀ ਇੱਕ ਹੱਠ ਕਰਕੇ ਉੱਠਿਆ ਜਾ ਸਕਦਾ। ਨਿਤਨੇਮ ਕਰਨਾ, ਇਹ ਵੀ ਹੱਠ ਕਰਕੇ ਕੀਤਾ ਜਾ ਸਕਦਾ। ਭਜਨ ਬੰਦਗੀ ਕਰਨੀ ਹੈ, ਦਾਨ ਪੁੰਨ ਚੰਗਾ ਕਰਮ ਕਰਨਾ, ਹੱਠ ਕਰਕੇ ਹੁੰਦਾ ਵੀ ਇਹ ਕਰਨਾ ਹੈ। ਇਸੇ ਤਰ੍ਹਾਂ ਗੁਰਮੁਖੋ ਖੋਟਾ ਹੱਠ ਵੀ ਹੁੰਦਾ ਹੈ, ਮਾੜਾ ਹੱਠ, ਮਾੜੀਆਂ ਆਦਤਾਂ, ਇਹ ਮੈਂ ਕੰਮ ਕਰਾਂਗਾ ਹੀ ਕਰਾਂਗਾ। ਜਿਸ ਕੰਮ ਤੋਂ ਗੁਰੂ ਨੇ ਰੋਕਿਆ, ਪਰਮੇਸ਼ਰ ਨੇ ਰੋਕਿਆ, ਪਰਿਵਾਰ ਰੋਕਦਾ ਹੈ, ਖਾਨਦਾਨ ਰੋਕਦਾ ਵੀ ਇਹ ਕੰਮ ਨਾ ਕਰ, ਆਪਣਾ ਖਾਨਦਾਨ ਕਲੰਕੀ ਹੋ ਜਾਏਗਾ। ਪਰ ਕਈ ਵਾਰੀ ਵਿਅਕਤੀ ਸੁਣ ਕੇ ਵੀ ਉਹ ਗੱਲ ਨੂੰ ਛੱਡਦਾ ਨਹੀਂ, ਕਹਿਣ ਲੱਗਾ ਵੀ ਜੋ ਮਰਜ਼ੀ ਹੋ ਜਾਵੇ ਮੈਂ ਤੇ ਇਹ ਕਰਾਂਗਾ। ਕੂੜ ਕੁਸਤ, ਝੂਠ ਤੇ ਕੁਸਤ ਕਹੀਏ ਖੋਟਾ ਹੱਠ, ਮਾੜੀਆਂ ਆਦਤਾਂ, ਮਾੜਾ ਕੰਮ ਕਰਨ ਦੀ ਜਿੱਦ ਕਰਨੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤ੍ਰਿਸ਼ਨਾ ਅਗਨ ਬੁਝਾਏ। ਤ੍ਰਿਸ਼ਨਾ ਰੂਪੀ ਅੱਗ ਵੀ ਬੁਝ ਜਾਂਦੀ ਹੈ, ਬੁਝਦੀ ਉਹਨਾਂ ਦੀ ਹੈ ਜਿਨ੍ਹਾਂ ਨੇ ਨਾਮ ਜਪਿਆ। ਤ੍ਰਿਸ਼ਨਾ ਦੀ ਅੱਗ ਵੀ ਬੁਝ ਗਈ, ਝੂਠ ਵੀ ਖਤਮ ਹੋ ਗਏ, ਅਤੇ ਕਹਿ ਲਈਏ ਹੱਠ ਵੀ ਉਹਨਾਂ ਦੇ ਮੁੱਕ ਜਾਂਦੇ ਹਨ। ਅੰਤਰ ਸ਼ਾਂਤ ਸਹਿਜ ਸੁਖ ਪਾਏ। ਉਹਨਾਂ ਦੇ ਅੰਦਰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਅੰਦਰੋਂ ਸ਼ਾਂਤ ਹੋ ਗਿਆ। ਦੁਨੀਆ ਭੜਕਦੀ ਪਈ ਹੈ ਨਾ ਵਿਕਾਰਾਂ ਵਿੱਚ, ਪਰ ਅੰਤਰ ਸ਼ਾਂਤ, ਗੁਰਮੁਖ ਅੰਦਰੋਂ ਸ਼ਾਂਤ ਹੋ ਗਏ। ਤੇ ਸ਼ਾਂਤ ਕਿਵੇਂ ਹੋਏ? ਸਹਿਜੇ ਹੀ ਸ਼ਾਂਤੀ ਮਿਲ ਗਈ ਨਾਮ ਜਪ ਕੇ। ਘਰੇ ਬੈਠਿਆਂ ਜਦੋਂ ਨਾਮ ਜਪਿਆ, ਬਾਣੀ ਪੜ੍ਹੀ ਤੇ ਸਹਿਜੇ ਸ਼ਾਂਤੀ ਨੂੰ ਪ੍ਰਾਪਤ ਹੋਏ, ਸੁਖ ਪਾਏ। ਤਮਾਮ ਸੁੱਖ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੇ ਹਨ। ਗੁਰ ਕੈ ਭਾਣੇ ਚੱਲੈ ਤਾਂ ਆਪ ਗਵਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰ ਕੈ ਭਾਣੇ ਚੱਲੈ, ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਨੇ ਆਪ ਜਾਏ। ਆਪ ਤੋਂ ਭਾਵ ਹੰਕਾਰ ਉਹਨਾਂ ਦਾ ਜਾਏ ਕਹੀਏ ਚਲਾ ਜਾਂਦਾ ਹੈ। ਜਿਹੜੇ ਗੁਰੂ ਦੇ ਭਾਣੇ ਵਿੱਚ ਰਹਿੰਦੇ ਨੇ ਨਾ, ਹੁਕਮ ਦੇ ਵਿੱਚ, ਜੋ ਤੁਧ ਭਾਵੈ ਸਾਈ ਭਲੀ ਕਾਰ, ਜਿਹੜੇ ਇਹ ਬਚਨ ਨੂੰ ਮੰਨਦੇ ਨੇ, ਜੋ ਤੈਨੂੰ ਪ੍ਰਮਾਤਮਾ ਭਾਉਂਦਾ ਮੇਰੇ ਵਾਸਤੇ ਉਹ ਭਲਾ ਕਰਮ ਹੈ। ਤੇ ਸਤਿਗੁਰੂ ਕਹਿਣ ਲੱਗੇ ਵਿੱਚੋਂ ਹੋ ਤਾਂ ਆਪ ਜਾਏ। ਉਹਨਾਂ ਦੇ ਆਪ ਕਹੀਏ ਹੰਕਾਰ ਜਿਹੜਾ ਜਾਏ ਚਲਾ ਜਾਂਦਾ, ਹੰਕਾਰ ਉਹਨਾਂ ਕੋਲ ਨਹੀਂ ਰਹਿ ਜਾਂਦਾ। ਹੰਕਾਰ ਕਿਹਨਾਂ ਦਾ ਮਰਦਾ ਹੈ? ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਹਨ। ਸਾਚ ਮੈਲ ਪਾਏ ਹਰ ਗੁਣ ਗਾਏ। ਹਰੀ ਪਰਮਾਤਮਾ ਦੇ ਗੁਰਮੁਖੋ ਗੁਣ ਗਾਉਣ ਦੇ ਨਾਲ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਚ ਮਹਿਲ, ਮਹਿਲ ਕਹੀਏ ਸਰੂਪ, ਸੱਚਾ ਸਰੂਪ ਪਰਮਾਤਮਾ ਦਾ ਗੁਰਮੁਖ ਪਾ ਲੈਂਦਾ। ਪਰਮਾਤਮਾ ਦਾ ਜਿਹੜਾ ਸਰੂਪ ਹੈ ਨਾ, ਉਹਦੀ ਪ੍ਰਾਪਤੀ ਗੁਰਮੁਖਾਂ ਨੂੰ ਮਿਲੀ ਹੈ। ਕਿਹੜੇ ਗੁਰਮੁਖਾਂ ਨੂੰ? ਹਰ ਗੁਣ ਗਾਏ, ਜਿਨ੍ਹਾਂ ਨੇ ਉਹਦੇ ਗੁਣ ਗਾਏ ਨੇ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਉਹ ਗੁਰਮੁਖ ਜਿਹੜੇ ਨੇ ਸੱਚੇ ਸਰੂਪ ਦੀ ਪ੍ਰਾਪਤੀ ਵਾਲੇ ਹੁੰਦੇ ਹਨ। ਨਾ ਸ਼ਬਦ ਬੂਝੈ ਨਾ ਜਾਣੈ ਬਾਣੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨਮੁਖ ਲੋਕ ਜਿਹੜੇ ਨੇ ਸ਼ਬਦ ਕਹੀਏ ਗੁਰੂ ਉਪਦੇਸ਼ ਨੂੰ ਜਾਣਦੇ ਹੀ ਨਹੀਂ ਵੀ ਗੁਰੂ ਕੌਣ ਹੈ ਤੇ ਉਪਦੇਸ਼ ਕੀ ਹੈ। ਜਿਨ੍ਹਾਂ ਨੇ ਮਨ ਨੂੰ ਮੁੱਖ ਰੱਖਿਆ ਹੋਇਆ ਨਾ, ਸੰਸਾਰੀ ਲੋਕ, ਮਹਾਰਾਜ ਕਹਿਣ ਲੱਗੇ ਨਾ ਸ਼ਬਦ ਬੂਝੈ, ਉਹ ਗੁਰੂ ਦੇ ਉਪਦੇਸ਼ ਨੂੰ ਬੁੱਝਦੇ ਨਹੀਂ, ਜਾਣਦੇ ਨਹੀਂ ਵੀ ਗੁਰੂ ਕੌਣ ਹੈ ਤੇ ਗੁਰੂ ਦਾ ਉਪਦੇਸ਼ ਕੀ ਹੈ।
ਤੇ ਨਾ ਜਾਣੇ ਬਾਣੀ, ਗੁਰੂ ਦਾ ਬਚਨ ਵੀ ਨਹੀਂ ਜਾਣਦੇ ਵੀ ਗੁਰੂ ਦੇ ਬਚਨ ਕੀ ਨੇ, ਉਪਦੇਸ਼ ਕੀ ਹੈ ਤੇ ਗੁਰਬਾਣੀ ਕੀ ਹੈ। ਮਨਮੁਖ ਵਿਅਕਤੀ ਇਸ ਗੱਲ ਨੂੰ ਜਾਣਦੇ ਨਹੀਂ ਹਨ। ਮਨਮੁਖ ਅੰਧੇ ਦੁੱਖ ਵਿਹਾਣੀ। ਉਹਨਾਂ ਮਨਮੁਖ ਅੰਧਿਆਂ ਦੀ ਜਿਹੜੀ ਉਮਰ ਹੈ ਨਾ, ਦੁੱਖਾਂ ਵਿੱਚ ਬਤੀਤ ਹੋ ਜਾਂਦੀ, ਸਾਰੀ ਉਮਰ ਦੁੱਖਾਂ ਵਿੱਚ ਹੀ ਲੰਘ ਜਾਂਦੀ ਹੈ। ਜਿਹੜੇ ਮਨਮੁਖ ਅੰਧੇ ਨੇ ਨਾ, ਗੁਰੂ ਦੀ ਬਾਣੀ ਨੂੰ ਨਹੀਂ ਜਾਣਦੇ, ਗੁਰਬਾਣੀ ਨੂੰ ਨਹੀਂ ਕਮਾਉਂਦੇ ਹਨ, ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਨਹੀਂ, ਉਹ ਮਨਮੁਖ ਨੇ ਭਾਈ। ਤੇ ਮਨਮੁਖ ਵੀ ਐਸੇ ਨੇ ਅੰਨੇ, ਬਿਨਾਂ ਨੇਤਰਾਂ ਤੋਂ, ਬਿਨਾਂ ਗਿਆਨ ਤੋਂ। ਤੇ ਹਾਲਤ ਕੀ ਹੋਈ ਹੈ? ਪਾਤਸ਼ਾਹ ਕਹਿਣ ਲੱਗੇ ਦੁੱਖ ਵਿਹਾਣੀ, ਸਾਰੀ ਉਮਰਾਂ ਦੁੱਖਾਂ ਵਿੱਚ ਹੀ ਹਾਏ ਹਾਏ ਕਰਦਿਆਂ ਲੰਘਦੀ ਹੈ, ਐਸੀ ਉਹਨਾਂ ਦੀ ਹਾਲਤ ਹੋ ਜਾਂਦੀ ਹੈ। ਸਤਿਗੁਰ ਭੇਟੇ ਤਾਂ ਸੁਖ ਪਾਏ। ਸਤਿਗੁਰੂ ਮਹਾਰਾਜ ਜੀਆਂ ਨੂੰ ਪੁੱਛਿਆ, ਮਹਾਰਾਜ ਰਹਿਮਤ ਕਿਵੇਂ ਹੋਏ? ਤੇ ਮਹਾਰਾਜ ਕਹਿਣ ਲੱਗੇ ਸਤਿਗੁਰ ਭੇਟੇ, ਜਦੋਂ ਇਹ ਜੀਵ ਗੁਰੂ ਨੂੰ ਮਿਲਦਾ ਨਾ ਆ ਕੇ, ਤੇ ਪਾਤਸ਼ਾਹ ਕਹਿਣ ਲੱਗੇ ਫਿਰ ਤਾਂ ਸੁਖ ਪਾਏ, ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਨੂੰ ਮਿਲੇ। ਪਰ ਗੁਰੂ ਨੂੰ ਮਿਲਣਾ ਔਖਾ ਹੈ ਨਾ, ਉਹਦੇ ਵਾਸਤੇ ਉੱਠਣਾ ਵੀ ਪਵੇਗਾ, ਉਦਮ ਵੀ ਕਰਨਾ ਪਵੇਗਾ, ਗੁਰੂ ਕੋਲ ਆਉਣਾ ਵੀ ਪਵੇਗਾ, ਬਚਨ ਵੀ ਸੁਣਨਾ ਪਵੇਗਾ, ਤੇ ਬਚਨ ਦੀ ਕਮਾਈ ਕਰਨੀ ਪਵੇਗੀ। ਇਹ ਸਾਰਾ ਕੁਝ ਕਰਨਾ ਪਵੇਗਾ ਤਾਂ ਪ੍ਰਾਪਤੀ ਹੈ। ਮਹਾਰਾਜ ਕਹਿਣ ਲੱਗੇ ਸਤਿਗੁਰ ਭੇਟੇ, ਭਾਈ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਹੈ, ਜਿਹੜੇ ਪੂਰੇ ਗੁਰੂ ਨੂੰ ਆ ਕੇ ਮਿਲੇ ਨੇ, ਤਾਂ ਸੁਖ ਪਾਏ। ਸੁਖ ਪ੍ਰਾਪਤ ਪਰਮਾਤਮਾ ਦਾ ਆਤਮਿਕ ਸੁਖ ਪ੍ਰਾਪਤ ਉਹਨਾਂ ਨੂੰ ਹੋਇਆ ਹੈ ਜਿਹੜੇ ਗੁਰੂ ਨੂੰ ਆ ਕੇ ਮਿਲਦੇ ਹਨ। ਹਉਮੈ ਵਿੱਚੋਂ ਠਾਕ ਰਹਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀ ਹਉਮੈ ਹੈ ਨਾ ਵਿੱਚ ਹਿਰਦੇ ਦੇ, ਗੁਰਮੁਖ ਇਸ ਨੂੰ ਠਾਕ ਕਹੀਏ ਰੋਕ ਦਿੰਦੇ ਨੇ, ਹਉਮੈ ਨੂੰ ਵਧਣ ਨਹੀਂ ਦਿੰਦੇ। ਸਾਡੇ ਮਨ ਵਿੱਚ ਹਉਮੈ ਵੱਧਦੀ ਹੈ, ਹੰਕਾਰ ਵੱਧਦਾ ਹੈ, ਈਰਖਾ ਵੱਧਦੀ ਹੈ, ਵਿਕਾਰ ਵੱਧਦਾ ਹੈ, ਦਿਨਾਂ ਪ੍ਰਤੀ ਦਿਨ ਵੱਧਦਾ ਹੈ। ਪਰ ਗੁਰਮੁਖ ਇਸ ਹਉਮੈ ਨੂੰ ਠਾਕ ਰਹਾਏ, ਰੋਕ ਦਿੰਦੇ ਨੇ, ਖਤਮ ਕਰ ਦਿੰਦੇ, ਰੋਕ ਕੇ ਬਾਹਰ ਹੀ ਕੱਢ ਦਿੰਦੇ, ਰਹਿਣ ਹੀ ਨਹੀਂ ਦਿੰਦੇ, ਨਾਮੋ ਨਿਸ਼ਾਨ ਹੀ ਖਤਮ ਕਰ ਦਿੰਦੇ। ਹਉਮੈ ਵਿੱਚੋਂ ਠਾਕ ਰਹਾਏ, ਆਪਣੇ ਅੰਤःਕਰਨ ਦੇ ਵਿੱਚੋਂ ਹਉਮੈ ਨੂੰ ਰੋਕ ਕੇ ਗੁਰਮੁਖ ਬਾਹਰ ਕੱਢ ਦਿੰਦੇ, ਖਤਮ ਕਰ ਦਿੰਦੇ ਹਨ। ਕਿਸ ਨੂੰ ਕਹੀਏ ਦਾਤਾ ਇੱਕ ਸੋਏ। ਭਾਈ ਕਿਸ ਨੂੰ ਕਹੀਏ, ਦਾਤਾ ਤੇ ਇੱਕੋ ਹੀ ਹੈ ਨਾ, ਪਰਮੇਸ਼ਰ ਜੋ ਦਾਤਾ ਦਿੰਦਾ, ਉਹਦੇ ਤੋਂ ਬਿਨਾ ਹੋਰ ਕਹਿਣਾ ਵੀ ਕਿਹਨੂੰ ਹੈ ਜਾ ਕੇ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਤੁਧ ਨੂੰ ਛੋੜ ਪ੍ਰਭ ਜਾਈਐ ਕੈ ਧਰ, ਆਨ ਨਾ ਬੀਆ ਤੇਰੀ ਸੰਸਾਰ। ਸੰਸਾਰ ਤੋਂ ਭਾਵ ਬਰਾਬਰ। ਕਹਿਣ ਲੱਗੇ ਪ੍ਰਮਾਤਮਾ ਤੈਨੂੰ ਛੱਡ ਕੇ ਕਿਹਦੀ ਧਾਰ ਅਪਣਾਈਏ, ਕਿਹਦੀ ਧਿਰ ਨੂੰ ਜਾ ਕੇ ਮੰਨੀਏ, ਕਿਹਨੂੰ ਆਪਣਾ ਆਸਰਾ ਬਣਾਈਏ, ਕਿਉਂਕਿ ਤੇਰੇ ਬਰਾਬਰ ਕੋਈ ਦੁਨੀਆ ਦਾ ਹੈ ਹੀ ਨਹੀਂ। ਤੇ ਕਿਹਨੂੰ ਆਪਣਾ ਦੁੱਖ ਦਾ ਜਾਂ ਸੁੱਖ ਦਾ ਭਾਈਵਾਲ ਬਣਾਈਏ, ਕਿਹਦੇ ਨਾਲ ਮਿੱਤਰਤਾ ਪਾਈਏ। ਸਾਡੀ ਮਿੱਤਰਤਾ ਤੇਰੇ ਨਾਲ ਹੈ, ਤੇਰੇ ਬਰਾਬਰ ਕੋਈ ਦੁਨੀਆ ਦਾ ਹੈ ਹੀ ਨਹੀਂ। ਤੁਧ ਨੂੰ ਛੋੜ ਪ੍ਰਭ ਜਾਈਏ ਕੈ ਧਾਰ, ਕਿਹੜੇ ਦਰਵਾਜ਼ੇ ਤੇ ਜਾਈਏ ਤੇ ਕਿਸ ਦਰਵਾਜ਼ੇ ਦਾ ਆਸਰਾ ਲਈਏ। ਆਨ ਨਾ ਬੀਆ, ਤੇਰੇ ਤੋਂ ਬਿਨਾਂ ਆਨ ਕੋਈ ਹੋਰ ਜਿਹੜਾ ਹੈ ਨਾ, ਉਹ ਤੇਰੇ ਵਰਗਾ ਹੈ ਹੀ ਨਹੀਂ, ਤੂੰ ਆਪਣੇ ਵਰਗਾ ਆਪ ਹੀ ਹੈ। ਸਤਿਗੁਰੂ ਇੱਥੇ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਬਚਨ ਹੈ ਕਿਸ ਨੂੰ ਕਹੀਏ, ਫਿਰ ਐਸੇ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਹਨੂੰ ਕਹਿਣਾ ਕਰੀਏ। ਤੇ ਸਤਿਗੁਰੂ ਬਚਨ ਕਰਦੇ ਗੁਰਬਾਣੀ ਦੇ ਵਿੱਚ, ਬਿਨ ਬੋਲਿਆਂ ਸਭ ਕੇ ਜਾਣਦਾ, ਕਿਸੇ ਆਗੇ ਕੀਚੈ ਅਰਦਾਸ। ਅਰਦਾਸ ਉਹਦੇ ਅੱਗੇ ਕਰ ਜਿਹੜਾ ਬਿਨਾਂ ਬੋਲਣ ਤੋਂ ਵੀ ਤੇਰੇ ਦੁੱਖ ਨੂੰ ਜਾਣਦਾ ਹੈ। ਐਸੇ ਨੂੰ ਛੱਡ ਕੇ ਹੋਰ ਫਿਰ ਕਿਹਦੇ ਅੱਗੇ ਅਰਦਾਸ ਕਰਨੀ ਹੈ। ਬਿਨ ਬੋਲਿਆਂ ਜਿਹੜਾ ਬਿਨਾਂ ਬੋਲਣ ਤੋਂ ਸਭ ਕੁਛ ਜਾਣਦਾ, ਤੇਰੇ ਸਾਰੇ ਦੁੱਖਾਂ ਨੂੰ ਜਾਣਦਾ ਹੈ ਵੀ ਤੈਨੂੰ ਦੁੱਖ ਕੀ ਹੈ, ਪੀੜਾ ਕੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਉਹਨੂੰ ਛੱਡ ਕੇ ਤੇ ਹੋਰ ਕਿਹਦੇ ਅੱਗੇ ਫਿਰ ਜਾ ਕੇ ਅਰਦਾਸ ਕਰੀਏ ਵੀ ਲੈ ਫਲਾਣਿਆ ਮੇਰਾ ਦੁੱਖ ਦੂਰ ਕਰ। ਨਹੀਂ, ਅਰਦਾਸ ਉਹਦੇ ਅੱਗੇ ਹੀ ਕਰ ਜਿਹੜਾ ਬਿਨਾਂ ਬੋਲਿਆਂ ਹੀ ਜਾਣਦਾ ਹੈ। ਉਹਨੂੰ ਛੱਡ ਕੇ ਹੋਰ ਕਿਸੇ ਪਾਸੇ ਜਾ ਕੇ ਅਰਦਾਸ ਕਰਨ ਦੀ ਲੋੜ ਨਹੀਂ ਹੈ। ਤੇ ਸਤਿਗੁਰੂ ਇੱਥੇ ਬਚਨ ਜਿਹੜੇ ਨੇ ਬਖਸ਼ਿਸ਼ ਕਰਦੇ, ਕਿਸ ਨੂੰ ਕਹੀਏ, ਕਿਹਨੂੰ ਕਹੀਏ। ਦਾਤਾ ਇੱਕ ਸੋਏ, ਦਾਤ ਦੇਣ ਵਾਲਾ ਇੱਕੋ ਹੀ ਹੈ। ਤੇ ਜਿਹੜਾ ਦਾਤ ਦੇਣ ਵਾਲਾ ਕਹਿਣਾ ਜਾ ਕੇ ਉਹਨੂੰ ਹੀ ਪੈਣਾ ਵੀ ਆ ਮੇਰੇ ਤੇ ਰਹਿਮਤ ਕਰ ਦਿਓ, ਬਖਸ਼ਿਸ਼ ਕਰ ਦਿਓ। ਉਹਨੂੰ ਛੱਡ ਕੇ ਹੋਰ ਕਿਸੇ ਨੂੰ ਜਾ ਕੇ ਕਹਿ ਨਹੀਂ ਸਕਦੇ। ਹਾਂ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ। ਜਿਨ੍ਹਾਂ ਦੇ ਉੱਪਰ ਪਰਮਾਤਮਾ ਜੀ ਕਿਰਪਾ ਕਰਦੇ,
ਉਹ ਕਿਰਪਾ ਦੇ ਪਾਤਰ ਬਣਨ ਵਾਲੇ ਜਿਹੜੇ ਨੇ ਗੁਰੂ ਨੂੰ ਮਿਲ ਕੇ ਸ਼ਬਦ ਮਿਲਾਵਾ ਹੋਏ, ਗੁਰੂ ਦੇ ਕੋਲੋਂ ਸ਼ਬਦ ਕਹੀਏ ਉਪਦੇਸ਼ ਪ੍ਰਾਪਤ ਕਰ ਲੈਂਦੇ। ਤੇ ਗੁਰਮੁਖੋ ਜਿਨ੍ਹਾਂ ਨੇ ਉਪਦੇਸ਼ ਪ੍ਰਾਪਤ ਕੀਤਾ ਨਾ, ਸ਼ਬਦ ਮਿਲਾਵਾ ਹੋਏ, ਉਹ ਬ੍ਰਹਮ ਦੇ ਵਿੱਚ ਉਹਨਾਂ ਦਾ ਮਿਲਾਪ ਹੋ ਜਾਂਦਾ, ਬ੍ਰਹਮ ਦਾ ਰੂਪ ਹੋ ਜਾਂਦਾ, ਅਕਾਲ ਪੁਰਖ ਦੇ ਵਿੱਚ ਭੇਦ ਹੋ ਜਾਂਦੇ, ਸਮਾ ਜਾਂਦੇ ਐਸੇ ਗੁਰਮੁਖ। ਮਹਾਰਾਜ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਕਿਸ ਨੂੰ ਕਹੀਏ ਦਾਤਾ ਇੱਕ ਸੋਏ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ। ਜਿਨ੍ਹਾਂ ਉੱਪਰੋਂ ਕਿਰਪਾ ਕਰਦਾ ਪਰਮਾਤਮਾ, ਉਹਨਾਂ ਨੂੰ ਗੁਰੂ ਨਾਲ ਮੇਲ ਕੇ ਸ਼ਬਦ ਉਪਦੇਸ਼ ਬਖਸ਼ਿਸ਼ ਕਰਦਾ ਹੈ। ਫਿਰ ਸ਼ਬਦ ਕਹੀਏ ਬ੍ਰਹਮ ਦੇ ਵਿੱਚ ਉਹਨਾਂ ਨੂੰ ਮਿਲਾ ਲੈਂਦਾ ਹੈ। ਮੇਰ ਪ੍ਰੀਤਮ ਸਾਚੇ ਗੁਣ ਗਾਵਾ। ਐਸੇ ਪ੍ਰੀਤਮ ਨੂੰ ਮਿਲ ਕੇ, ਪਰਮਾਤਮਾ ਨੂੰ ਮਿਲ ਕੇ ਸੱਚੇ ਦੇ ਗੁਣਾਂ ਨੂੰ ਗਾਉਣਾ ਕਰਾਂ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ, ਸੱਚੇ ਦੇ ਗੁਣ ਗਾ ਕੇ ਤੇ ਪ੍ਰੀਤਮ ਦੇ ਨਾਲ ਕਹਿ ਲਈਏ ਮਿਲਾਵਾ ਹੁੰਦਾ ਹੈ, ਪ੍ਰੀਤਮ ਨੂੰ ਤਾਂ ਮਿਲਿਆ ਜਾਂਦਾ। ਬਚਨ ਹੈ ਗੁਰਬਾਣੀ ਦਾ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਿਉ ਜਾਈਏ। ਅਕਾਲ ਪੁਰਖ ਨੂੰ ਪ੍ਰੀਤਮ ਲਿਖਿਆ ਹੈ, ਪਿਆਰਾ ਲਿਖਿਆ ਹੈ। ਕਹਿਣ ਲੱਗੇ ਉਸ ਪਿਆਰੇ ਦੇ ਦੇਸ ਜਾਣਾ ਹੋਵੇ ਪਰਮਾਤਮਾ ਦੇ, ਤੇ ਗੱਲਾਂ ਨਾਲ ਨਹੀਂ। ਫਿਰ ਕਿਵੇਂ ਜਾਇਆ ਜਾ ਸਕਦਾ ਹੈ? ਪਾਤਸ਼ਾਹ ਕਹਿਣ ਲੱਗੇ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ। ਪਰਮਾਤਮਾ ਜਿਹੜੇ ਤੇਰੇ ਪਿਆਰੇ ਨੇ ਨਾ, ਉਹਨਾਂ ਨਾਲ ਮਿਲ ਕੇ ਤੇਰੇ ਗੁਣਾਂ ਨੂੰ ਗਾਵਾਂ। ਹੈ ਪਿਆਰੇ ਪਰਮਾਤਮਾ, ਤੇ ਗੁਣ ਗਾਉਣ ਵਾਲੇ ਜਿਹੜੇ ਫਿਰ ਉਸ ਪ੍ਰੀਤਮ ਦੇ ਦੇਸ ਪਹੁੰਚ ਜਾਂਦੇ ਨੇ, ਉਹਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ। ਨਾਨਕ ਸਾਚੇ ਸਾਚਾ ਭਾਵਾਂ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਅਕਾਲ ਪੁਰਖ ਭਾਈ ਸੱਚਾ ਹੈ। ਅਕਾਲ ਪੁਰਖ ਦਾ ਨਾਮ ਵੀ ਸੱਚਾ ਹੈ, ਅਕਾਲ ਪੁਰਖ ਦੀ ਬਾਣੀ ਵੀ ਸੱਚੀ ਹੈ। ਐਸੇ ਸੱਚੀ ਬਾਣੀ ਨੂੰ ਪੜ੍ਹਨ ਵਾਲੇ, ਸੱਚੀ ਬਾਣੀ ਨੂੰ ਸੁਣਨ ਵਾਲੇ ਮਹਾਰਾਜ ਕਹਿਣ ਲੱਗੇ ਸਾਚਾ ਭਾਵਾ। ਉਹ ਸੱਚ ਦੇ ਨਾਲ ਹੀ ਉਹ ਸੱਚ ਨੂੰ ਜਪਣ ਵਾਲੇ ਭਾਉਂਦੇ ਨੇ। ਪਰਮਾਤਮਾ ਨੂੰ ਭਾਏ ਵੀ ਉਹ ਨੇ ਜਿਨ੍ਹਾਂ ਨੇ ਨਾਮ ਜਪਿਆ ਹੈ, ਤੇ ਨਾਮ ਜਪਣ ਵਾਲਿਆਂ ਨੂੰ ਭਾਇਆ ਵੀ ਪਰਮਾਤਮਾ ਹੈ। ਨਾਨਕ ਸਾਚੇ, ਪਾਤਸ਼ਾਹ ਕਹਿਣ ਲੱਗੇ ਜੋ ਸੱਚਾ ਪਰਮਾਤਮਾ ਹੈ, ਉਹਦੇ ਨਾਮ ਜਪਣ ਵਾਲੇ ਸੱਚੇ ਜਿਹੜੇ ਗੁਰਮੁਖ ਨੇ, ਉਹੀ ਪਰਮਾਤਮਾ ਨੂੰ ਭਾਈ ਪਾਉਂਦੇ ਨੇ, ਚੰਗੇ ਲੱਗਦੇ ਹਨ। ਤਰਾਸਰੀ ਮਹੱਲਾ ਤੀਜਾ। ਮਨ ਮਰੈ ਧਾਤ ਮਰ ਜਾਏ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ, ਗੁਰੂ ਅਮਰਦਾਸ ਜੀ ਕਹਿਣ ਲੱਗੇ ਮਨ ਮਰੈ। ਇਹ ਮਨ ਜਦੋਂ ਮਰ ਜਾਂਦਾ ਨਾ, ਜਾਂ ਕੋਈ ਮਾਰ ਲੈਂਦਾ, ਤੇ ਫਿਰ ਧਾਤ ਮਰ ਜਾਏ। ਧਾਤ ਤੋਂ ਭਾਵ ਹੁੰਦਾ ਗੁਰਮੁਖੋ ਦੌੜਨਾ, ਧਾਵਨਾ, ਭੱਜਣਾ। ਮਰਿਆ ਬੰਦਾ ਭੱਜ ਨਹੀਂ ਸਕਦਾ। ਭੱਜਦਾ ਉਹਨਾਂ ਚਿਰ ਹੈ ਜਿੰਨਾ ਚਿਰ ਜਿਉਂਦਾ, ਜਿੰਨਾ ਚਿਰ ਲੱਤਾਂ ਵਿੱਚ ਬਲ ਹੈ ਨਾ, ਸਰੀਰ ਵਿੱਚ ਤਾਕਤ ਹੈ, ਉਹਨਾਂ ਚਿਰ ਹੀ ਭੱਜਦਾ। ਜਦੋਂ ਮਰ ਜਾਂਦਾ ਨਾ, ਸਰੀਰ ਮੁਰਦਾ ਹੋ ਜਾਂਦਾ, ਫਿਰ ਇਹ ਭੱਜ ਕੇ ਸ਼ਮਸ਼ਾਨ ਤੱਕ ਵੀ ਜਾ ਨਹੀਂ ਸਕਦਾ। ਫਿਰ ਉੱਥੇ ਜਿੱਥੇ ਪਿਆ ਉੱਥੇ ਹੀ ਹੈ। ਸਾਰੀ ਧਰਤੀ ਦੀ ਯਾਤਰਾ ਕਰਨ ਵਾਲਾ, ਧਰਤੀ ਦੇ ਉੱਪਰ ਚੱਕਰ ਲਾਉਣ ਵਾਲਾ, ਆਪਣੀ ਅੰਤਮ ਯਾਤਰਾ ਦੇ ਵਿੱਚ ਆਪ ਨਹੀਂ ਚੱਲ ਕੇ ਜਾ ਸਕਿਆ। ਕਿਉਂ ਨਹੀਂ ਚੱਲ ਸਕਿਆ? ਕਿਉਂਕਿ ਸਰੀਰ ਮਰ ਗਿਆ, ਤੇ ਮਰਿਆ ਸਰੀਰ ਕਦੇ ਆਪ ਨਹੀਂ ਚੱਲਦਾ। ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖਾ ਬਚਨ ਇਹ ਹੈ, ਜਦੋਂ ਮਨ ਮਰ ਗਿਆ ਨਾ ਤੇਰਾ, ਇਹਦਾ ਦੌੜਨਾ ਵੀ ਮਰ ਜਾਏਗਾ। ਸਰੀਰ ਮਰਿਆ ਤੇ ਭੱਜਣਾ ਮਰ ਗਿਆ, ਦੌੜਨਾ ਮਰ ਗਿਆ। ਮਨ ਨੂੰ ਮਾਰ ਲਵੇਂਗਾ, ਮਨ ਦਾ ਦੌੜਨਾ ਵੀ ਮਰ ਜਾਵੇਗਾ, ਮਨ ਵੀ ਰੁਕ ਜਾਏਗਾ। ਪਰ ਮਨ ਨੂੰ ਰੋਕਣ ਤੋਂ ਪਹਿਲਾਂ ਮਨ ਮਾਰਨਾ ਪੈਣਾ ਹੈ। ਜੇ ਮਨ ਨਹੀਂ ਮਾਰੇਗਾ ਤੇ ਇਹ ਦੌੜਦਾ ਰਹੇਗਾ, ਇਹ ਭੱਜਦਾ ਰਹੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿਸੇ ਵਿਅਕਤੀ ਨੂੰ ਜਿੰਨਾ ਮਰਜ਼ੀ ਬੰਨ੍ਹ ਕੇ ਰੱਖ ਲਵੋ, ਬੱਧਾ ਹੋਇਆ ਵੀ ਉਹ ਤੁਰੇਗਾ, ਭੱਜੇਗਾ, ਦੌੜੇਗਾ, ਕੋਸ਼ਿਸ਼ ਵੀ ਕਰੇਗਾ ਔਰ ਤੁਰੇਗਾ ਵੀ ਜ਼ਰੂਰ। ਭਾਵੇਂ ਇੱਕ ਕਦਮ ਹੀ ਤੁਰੇ, ਭਾਵੇਂ ਦੋ ਕਦਮ ਹੀ ਤੁਰੇ। ਨਹੀਂ ਤੁਰੇਗਾ ਤੇ ਮੁਰਦਾ ਨਹੀਂ ਤੁਰਦਾ, ਇੱਕ ਕਦਮ ਵੀ ਮੁਰਦਾ ਨਹੀਂ ਤੁਰਦਾ। ਜਿੱਥੇ ਹੈ ਉੱਥੇ ਹੀ ਹੈ। ਇਸੇ ਤਰ੍ਹਾਂ ਗੁਰਮੁਖਾ ਜੇ ਮਨ ਬੰਨ੍ਹ ਕੇ ਰੱਖੇਗਾ ਨਾ, ਵੀ ਬੰਨ੍ਹ ਕੇ ਰੱਖ ਲਵਾਂ, ਤੇ ਮਨ ਫਿਰ ਵੀ ਤੁਰੇਗਾ। ਇੱਕ ਸੰਕਲਪ ਨਹੀਂ, ਦੋ ਕਰੇਗਾ, ਦੋ ਨਹੀਂ ਤੇ ਚਾਰ ਕਰੇਗਾ, ਥੋੜਾ ਬਹੁਤਾ ਤੇ ਭੱਜੇਗਾ ਨਾ ਕਿਸੇ ਬੰਨੇ। ਪਰ ਜੇ ਮਨ ਮਾਰੀ ਜਾਵੇ ਤੇ ਫਿਰ ਭੱਜਣਾ ਹੀ ਖਤਮ ਹੋ ਜਾਏਗਾ। ਇਸ ਕਰਕੇ ਮਨ ਨੂੰ ਬੰਨ੍ਹਣ ਦੀ ਬਜਾਏ ਮਨ ਨੂੰ ਮਾਰਨਾ ਕਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਮਾਰੈ, ਮਨ ਮਰੈ ਧਾਤ ਮਰ ਜਾਏ। ਜਿਨ੍ਹਾਂ ਨੇ ਮਨ ਮਾਰ ਲਿਆ, ਉਹਨਾਂ ਦਾ ਮਨ ਗੁਰਮੁਖੋ ਦੌੜਨੋਂ ਵੀ ਮਰ ਜਾਂਦਾ, ਦੌੜਦਾ ਵੀ ਨਹੀਂ ਹੈ, ਭੱਜਦਾ ਵੀ ਨਹੀਂ ਹੈ। ਫਿਰ ਗੁਰੂ ਦੇ ਚਰਨਾਂ ਦਾ ਭੌਰਾ ਬਣ ਜਾਂਦਾ ਹੈ। ਤਾਂ ਹੀ ਇਹ ਬਚਨ ਆਖਿਆ ਜਾਂਦਾ ਹੈ ਨਾ,
ਮਹਾਰਾਜ ਕਹਿਣ ਲੱਗੇ ਮਰੋ ਤਾਂ ਹਰ ਕੈ ਦੁਆਰ। ਮਰਨਾ ਹੈ ਤੇ ਰੱਬ ਦੇ ਦਰਵਾਜ਼ੇ ਤੇ ਮਰ। ਮਨ ਨੂੰ ਮਾਰਨਾ ਹੈ ਤੇ ਗੁਰੂ ਦੇ ਚਰਨਾਂ ਤੇ ਲਿਆ ਕੇ ਮਾਰ, ਤਾਂ ਕਿ ਮਨ ਇੱਥੋਂ ਫਿਰ ਕਿਤੇ ਜਾਵੇ ਹੀ ਨਾ, ਇੱਥੋਂ ਦਾ ਹੀ ਬਣ ਕੇ ਰਹਿ ਜਾਵੇ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਗੁਰਬਾਣੀ ਦਾ ਬਚਨ ਇਹ ਬਖਸ਼ਿਸ਼ ਕਰਦਾ ਹੈ, ਗੁਰਮੁਖਾ ਜੇ ਮਨ ਨੂੰ ਮਾਰਨਾ ਗੁਰੂ ਚਰਨਾਂ ਤੇ ਲਿਆ ਕੇ ਮਾਰ, ਫਿਰ ਇੱਥੋਂ ਮਾਣੇ ਕਿਤੇ ਭੱਜ ਕੇ ਜਾਵੇ ਨਾ, ਗੁਰੂ ਦਾ ਹੀ ਬਣ ਕੇ ਰਹਿ ਜਾਵੇ। ਮਨ ਮਰੈ ਧਾਤ ਮਰ ਜਾਏ। ਜਿਨ੍ਹਾਂ ਨੇ ਮਨ ਮਾਰ ਲਿਆ ਉਹਨਾਂ ਦਾ ਮਨ ਦੌੜਨੋਂ ਵੀ ਫਿਰ ਕਹਿੰਦੇ ਮਰ ਜਾਂਦਾ, ਰੁਕ ਜਾਂਦਾ ਹੈ। ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਮਹਾਰਾਜ ਸਵਾਲ ਕਰਦੇ, ਕਹਿਣ ਲੱਗੇ ਇਹ ਦੱਸੋ ਵੀ ਜਿੰਨਾ ਚਿਰ ਮਨ ਨਹੀਂ ਮਰਿਆ ਉਹਨਾਂ ਚਿਰ ਪ੍ਰਮਾਤਮਾ ਕਿਵੇਂ ਪਾ ਲਵੋਗੇ। ਆਪਾਂ ਇਹ ਗੱਲ ਕਹਿ ਦਿੰਦੇ ਨਾ, ਆਹ ਕੰਮ ਕਰਨ ਨੂੰ ਮੇਰਾ ਮਨ ਕਰਦਾ ਹੈ, ਮੇਰਾ ਜੀ ਕਰਦਾ ਹੈ। ਜਿੰਨਾ ਚਿਰ ਤੇਰਾ ਜੀ ਕਰਦਾ ਨਾ, ਮਨ ਕਰਦਾ ਹੈ ਨਾ, ਉਹਨਾਂ ਚਿਰ ਪਰਮਾਤਮਾ ਨਹੀਂ ਉਹ ਪ੍ਰਾਪਤ ਹੋਣਾ। ਕਿਵੇਂ ਹੋਵੇਗਾ? ਮਹਾਰਾਜ ਕਹਿਣ ਲੱਗੇ ਬਿਨ ਮਨ ਮੂਏ, ਜਿੰਨਾ ਚਿਰ ਮਨ ਨੂੰ ਮਾਰਦਾ ਨਹੀਂ ਗੁਰੂ ਹੁਕਮ ਦੇ ਵਿੱਚ, ਕੈਸੇ ਹਰ ਪਾਏ, ਉਹਨਾਂ ਚਿਰ ਪਰਮਾਤਮਾ ਕਿਵੇਂ ਪਾ ਲਵੇਂਗਾ। ਦੱਸ ਇਸ ਗੱਲ ਦਾ ਜਵਾਬ ਹੈ ਨਹੀਂ, ਪਾਇਆ ਹੀ ਨਹੀਂ ਜਾ ਸਕਦਾ। ਉਹਨਾਂ ਚਿਰ ਨਹੀਂ ਪਾਇਆ ਜਾ ਸਕਦਾ ਜਿੰਨਾ ਚਿਰ ਮਹਾਰਾਜ ਕਹਿਣ ਲੱਗੇ ਤੂੰ ਆਪਣੇ ਮਨ ਨੂੰ ਮਾਰ ਨਹੀਂ ਲੈਂਦਾ ਹੈ। ਇਹੋ ਮਨ ਮਰੈ ਦਾਰੂ ਜਾਣੈ ਕੋਏ। ਸਤਿਗੁਰਾਂ ਤੋਂ ਪੁੱਛਿਆ ਮਹਾਰਾਜ ਮਨ ਮਰ ਵੀ ਜਾਂਦਾ ਹੈ ਜਾਂ ਇਹ ਕੇਵਲ ਸੁਣੀ ਸੁਣਾਈ ਗੱਲ ਹੈ? ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਹੋ ਮਨ ਮਰੈ। ਮਨ ਮਰਦਾ ਤੇ ਜ਼ਰੂਰ ਹੈ, ਪਰ ਮਰਦਾ ਕਿਵੇਂ ਹੈ? ਦਾਰੂ ਜਾਣੈ ਕੋਏ। ਇਹਦਾ ਇਲਾਜ ਕੋਈ ਜਾਣਦਾ, ਸਾਰਿਆਂ ਨੂੰ ਨਹੀਂ ਇਹਦਾ ਇਲਾਜ ਕਰਨਾ ਆਉਂਦਾ। ਨਿੱਕੀ ਮੋਟੀ ਬਿਮਾਰੀ ਹੋਵੇ ਨਾ, ਕੋਈ ਮਾੜਾ ਮੋਟਾ ਸਿਰ ਪੀੜ ਹੁੰਦਾ, ਕੋਈ ਲੱਤ ਪੈਰ ਪੀੜ ਕਰਦਾ, ਤੇ ਉਹਦੀ ਗੋਲੀ ਦਾ ਸਾਰਿਆਂ ਨੂੰ ਨਾਂ ਪਤਾ ਹੁੰਦਾ ਵੀ ਆਹ ਗੋਲੀ ਖਾ ਲਾ ਤੇ ਤੇਰੀ ਇਹ ਪੀੜ ਠੀਕ ਹੋ ਜਾਏਗੀ। ਨਿੱਕੀ ਮੋਟੀ ਬਿਮਾਰੀ, ਨਿੱਕਾ ਮੋਟਾ ਦੁੱਖ, ਉਹਦੀ ਦਵਾਈ ਸਾਰੇ ਹੀ ਜਾਣਦੇ ਨੇ। ਪਰ ਰੱਬ ਨਾ ਕਰੇ ਕੋਈ ਬਹੁਤਾ ਗੰਭੀਰ ਰੋਗ ਲੱਗ ਜਾਵੇ ਜਾਂ ਬਹੁਤਾ ਵੱਡਾ ਕੋਈ ਆਪਰੇਸ਼ਨ ਕਰਨਾ ਪੈ ਜਾਵੇ, ਤੇ ਫਿਰ ਡਾਕਟਰਾਂ ਵਿੱਚੋਂ ਵੀ ਕੋਈ ਖਾਸ ਹੀ ਡਾਕਟਰ ਹੁੰਦਾ ਜਿਹੜਾ ਉਸ ਚੀਜ਼ ਨੂੰ ਜਾ ਕੇ ਫਿਰ ਹੱਥ ਪਾਉਂਦਾ। ਉਹਨੂੰ ਬੁਲਾਇਆ ਜਾਂਦਾ ਵੀ ਸਾਡੇ ਵੱਸ ਦੀ ਗੱਲ ਨਹੀਂ ਹੈ। ਨਿੱਕੀ ਬਿਮਾਰੀ ਲੱਗੀ ਹੈ ਉਹਦਾ ਇਲਾਜ ਤੇ ਸਾਰੇ ਜਾਣਦੇ ਨੇ, ਵੱਡੀ ਬਿਮਾਰੀ ਦਾ ਇਲਾਜ ਸਾਰੇ ਡਾਕਟਰ ਵੀ ਨਹੀਂ ਕਰ ਸਕਦੇ। ਕੋਈ ਫਿਰ ਵਿਰਲਾ ਹੀ ਹੈ ਜਿਹੜਾ ਉੱਥੇ ਆ ਕੇ ਪਹੁੰਚ ਰੱਖਦਾ ਵੀ ਮੈਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਇਹ ਮਨ ਨੂੰ ਮਾਰਨਾ ਇਹ ਵੀ ਇੱਕ ਵੱਡਾ ਇਲਾਜ ਹੈ, ਨਿੱਕਾ ਇਲਾਜ ਕੋਈ ਨਹੀਂ ਹੈ। ਨਿੱਕੀਆਂ ਮੋਟੀਆਂ ਗੱਲਾਂ ਤੇ ਸਾਨੂੰ ਬੜੇ ਸਵਾਲ ਕਰਨੇ ਆਉਂਦੇ ਤੇ ਜਵਾਬ ਦੇਣੇ ਆਉਂਦੇ, ਪਰ ਮਨ ਨੂੰ ਮਾਰਨਾ ਹੈ। ਮਰਦਾ ਜ਼ਰੂਰ ਹੈ, ਪਰ ਦਾਰੂ ਜਾਣੈ ਕੋਏ, ਇਹਦਾ ਇਲਾਜ ਸਾਰਿਆਂ ਦੇ ਕੋਲ ਨਹੀਂ ਹੈ, ਕੋਈ ਵਿਰਲਾ ਹੀ ਹੈ। ਕੋਟਨ ਮੈਂ ਨਾਨਕ ਕੂ, ਕਰੋੜਾਂ ਵਿੱਚ ਕੋਈ ਵਿਰਲਾ ਹੀ ਸੰਤ ਹੋਵੇਗਾ ਜਿਹਨੇ ਮਨ ਮਾਰ ਲਿਆ, ਤੇ ਕਰੋੜਾਂ ਵਿੱਚ ਕੋਈ ਵਿਰਲਾ ਹੀ ਹੈ ਜਿਹਨੂੰ ਇਸ ਗੱਲ ਦਾ ਪਤਾ ਵੀ ਮਨ ਮਰਦਾ ਕਿਵੇਂ ਹੈ। ਕੋਈ ਵਿਰਲਾ ਹੀ ਦਾਰੂ ਦੇ ਸਕਦਾ, ਇਲਾਜ ਕਰ ਸਕਦਾ ਹੈ, ਕਿਉਂਕਿ ਮਨ ਨੂੰ ਮਾਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਮਨ ਸ਼ਬਦ ਮਰੈ ਬੂਝੈ ਜਨ ਸੋਏ। ਸਤਿਗੁਰਾਂ ਤੋਂ ਪੁੱਛਿਆ ਮਹਾਰਾਜ ਫਿਰ ਕਿਰਪਾ ਕਰਕੇ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ, ਆਪ ਜੀ ਦੱਸੋ ਵੀ ਮਨ ਕਿਵੇਂ ਮਾਰੀਏ। ਤੇ ਪਾਤਸ਼ਾਹ ਕਹਿਣ ਲੱਗੇ ਮਨ ਸ਼ਬਦ ਮਰੈ। ਇਹ ਮਨ ਜਿਹੜਾ ਨਾ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਉਪਦੇਸ਼ ਦੇ ਨਾਲ ਮਰਦਾ। ਗੁਰੂ ਦੀ ਸਿੱਖਿਆ ਵਿੱਚ ਰਹਿ ਕੇ ਚੱਲ ਤਾਂ ਇਹ ਮਨ ਮਰੇਗਾ। ਜਿੰਨਾ ਚਿਰ ਇਹ ਮਨ ਮਰਜ਼ੀ ਕਰਦਾ ਹੈ ਇਹ ਮਰੇਗਾ ਨਹੀਂ। ਮਰੇਗਾ ਉਦੋਂ ਜਦੋਂ ਇਸ ਨੂੰ ਮਰਜ਼ੀ ਕਰਨ ਤੋਂ ਹਟਾਏਗਾ ਔਰ ਗੁਰੂ ਦੇ ਕਹਿ ਮੁਤਾਬਕ ਚੱਲੇਗਾ। ਤੇ ਪਾਤਸ਼ਾਹ ਕਹਿਣ ਲੱਗੇ ਮਨ ਸ਼ਬਦ ਮਰੈ। ਮਨ ਜਿਹੜਾ ਗੁਰੂ ਸ਼ਬਦ ਉਪਦੇਸ਼ ਨਾਲ ਮਰਦਾ ਹੈ। ਬੂਝੈ ਜਨ ਸੋਏ, ਇਸ ਗੱਲ ਨੂੰ ਕੋਈ ਵਿਰਲਾ ਬੁੱਝਦਾ, ਤੇ ਜਿਸ ਨੇ ਗੁਰਮੁਖ ਨੇ ਬਚਨ ਬੁੱਝ ਲਿਆ ਉਹਨੇ ਆਪਣੇ ਮਨ ਨੂੰ ਮਾਰ ਲੈਣਾ ਕੀਤਾ ਹੈ। ਜਿਸਨੂੰ ਬਖਸ਼ੇ ਹਰ ਦੇ ਵਡਿਆਈ। ਜਿਹਨੂੰ ਸਤਿਗੁਰੂ ਬਖਸ਼ ਲੈਣ ਤੇ ਵਡਿਆਈ ਦੇਣਾ ਚਾਹਣ। ਹੁਣ ਮਰਜ਼ੀ ਤੇ ਮਹਾਰਾਜ ਦੀ ਹੈ ਨਾ, ਸਤਿਗੁਰਾਂ ਦੀ ਮਰਜ਼ੀ ਹੈ ਵੀ ਕਿਹਨੂੰ ਵਡਿਆਈ ਦੇਣੀ ਹੈ, ਕਿਹਨੂੰ ਸਤਿਕਾਰ ਤੇ ਮਾਣ ਦਿਵਾਉਣਾ, ਕਿਹਦਾ ਨਰਾਦਰ ਹੋਣਾ। ਜਿਹਨੂੰ ਸਤਿਗੁਰੂ ਵਡਿਆਈ ਦੇਣੀ ਚਾਹਣ, ਜਿਹਨੂੰ ਬਖਸ਼ ਲੈਣਾ ਚਾਹਣ, ਜਿਹਨੂੰ ਬਖਸ਼ਦੇ ਹਨ। ਗੁਰ ਪ੍ਰਸਾਦ ਵਸੈ ਮਨ ਆਈ। ਗੁਰੂ ਕਿਰਪਾ ਨਾਲ ਉਹਨਾਂ ਦੇ ਮਨ ਦੇ ਵਿੱਚ ਨਾਮ ਵਸਦਾ। ਜਿਹਨੂੰ ਵਡਿਆਈ ਦੇਣੀ ਹੈ ਨਾ ਮਹਾਰਾਜ ਨੇ, ਪਰਮਾਤਮਾ ਵਸਦਾ ਵੀ ਉਹਦੇ ਅੰਦਰ ਹੀ ਹੈ। ਫਿਰ ਉਹਦੇ ਬਚਨ ਪੂਰੇ ਹੁੰਦੇ ਉਸ ਗੁਰਮੁਖ ਦੇ, ਗੁਰਸਿੱਖ ਦੇ।
ਤੇ ਫਿਰ ਸੰਗਤਾਂ ਉਹਦਾ ਜੈ ਜੈਕਾਰ ਕਰਦੀਆਂ। ਮਹਾਰਾਜ ਕਹਿਣ ਲੱਗੇ ਸਤਿਗੁਰੂ ਬਖਸ਼ਿਸ਼ ਕਰਕੇ ਜਿਸ ਨੂੰ ਵਡਿਆਈ ਦੇਣੀ ਚਾਹੁਣ ਉਹਦੇ ਉੱਪਰ ਇਹ ਕਿਰਪਾ ਹੁੰਦੀ ਹੈ। ਗੁਰ ਪ੍ਰਸਾਦ ਵਸੈ ਮਨ ਆਈ। ਕਿ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਮਨ ਫਿਰ ਵਸੀਕਾਰ ਹੋ ਜਾਂਦਾ, ਹੁਕਮ ਦੇ ਵਿੱਚ ਕਹਿਣੇ ਵਿੱਚ ਹੋ ਜਾਂਦਾ ਹੈ, ਪਰ ਹੁੰਦਾ ਗੁਰਮੁਖੋ ਉਹਨਾਂ ਦਾ ਜਿਨ੍ਹਾਂ ਦੇ ਉੱਪਰ ਗੁਰੂ ਮਿਹਰ ਕਰਦੇ ਹਨ। ਰਹਾਉ ਗੁਰਮੁਖ ਕਰਨੀ ਕਾਰ ਕਮਾਵੈ। ਸਤਿਗੁਰੂ ਬਖਸ਼ਿਸ਼ ਬਚਨ ਕਰਦੇ ਕਹਿਣ ਲੱਗੇ ਗੁਰਮੁਖ ਬਣ ਕੇ ਮੁਖੀ ਗੁਰਾਂ ਦਾ ਉਪਦੇਸ਼ ਲੈ ਕੇ ਜਿਨ੍ਹਾਂ ਨੇ ਕਰਨੀ ਕਾਰ ਨੂੰ ਕਮਾਇਆ ਹੈ, ਜਿਨ੍ਹਾਂ ਨੇ ਕੰਮ ਰੂਪੀ ਕਰਨੀ ਨੂੰ ਕੀਤਾ ਹੈ, ਗੁਰੂ ਦਾ ਬਚਨ ਮੰਨ ਕੇ ਗੁਰੂ ਦਾ ਉਪਦੇਸ਼ ਲੈ ਕੇ ਜਿਨ੍ਹਾਂ ਨੇ ਉਪਦੇਸ਼ ਦੀ ਕਰਨੀ ਨੂੰ ਕਮਾਇਆ ਹੈ। ਸਤਿਗੁਰ ਤੇ ਕਰਨੀ ਕਮਾਣੀ ਬਚਨ ਪੜ੍ਹਦੇ ਨਾ ਆਪਾਂ, ਕੂੜ ਕੀ ਸੋਏ ਪਹੁੰਚੈ ਨਾਹੀ ਬਚਨ ਗੁਰਬਾਣੀ ਦਾ। ਜਿਨ੍ਹਾਂ ਨੇ ਗੁਰੂ ਦੇ ਕੋਲੋਂ ਕਰਨੀ ਸੁਣ ਕੇ ਕੰਮ ਸੁਣ ਕੇ ਤੇ ਉਸ ਕੰਮ ਦੀ ਕਮਾਈ ਕੀਤੀ ਹੈ। ਮਹਾਰਾਜ ਕਹਿਣ ਲੱਗੇ ਐਸੀ ਕਰਨੀ ਨੂੰ ਕਮਾਉਣ ਵਾਲੇ ਜਿਹੜੇ ਗੁਰਮੁਖ ਹਨ ਤਾਂ ਇਸ ਮਨ ਕੀ ਸੋਝੀ ਪਾਵੈ। ਉਹਨਾਂ ਨੂੰ ਇਸ ਮਨ ਦੀ ਸੋਝੀ ਪੈਂਦੀ ਹੈ, ਮਨ ਦਾ ਗਿਆਤ ਉਹਨਾਂ ਨੂੰ ਪਿਆ ਹੈ। ਮਨ ਦੇ ਗਿਆਨੀ ਉਹ ਬਣੇ, ਉਹਨਾਂ ਦੇ ਹਿਰਦੇ ਨੂੰ ਗਿਆਨ ਹੋਇਆ ਹੈ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਕਹਿ ਹੁਕਮ ਦੇ ਮੁਤਾਬਕ ਜਿਹੜੇ ਨੇ ਕੰਮ ਨੇ ਉਹਨਾਂ ਨੂੰ ਕਮਾਉਣਾ ਕੀਤਾ ਹੈ। ਮਨ ਮੈਂ ਮਤ ਮੈਗਲ ਮਿਕਦਾਰਾ। ਸਤਿਗੁਰੂ ਕਹਿਣ ਲੱਗੇ ਜਿਹੜਾ ਮਨ ਹੈ ਨਾ ਗੁਰਮੁਖਾ, ਇਹ ਤੇਰਾ ਮੈਗਲ ਹਾਥੀ ਦੇ ਵਾਂਗ ਹੈ। ਹਾਥੀ ਵੀ ਤੇ ਗੁਰਮੁਖੋ ਪਹਿਲਾਂ ਹੀ ਬੜਾ ਜ਼ੋਰ ਹੈ, ਪਹਿਲਾਂ ਹੀ ਬੜੀ ਤਾਕਤ ਹੈ, ਪਰ ਜੇ ਉਸ ਹਾਥੀ ਨੂੰ ਸ਼ਰਾਬ ਪਿਲਾ ਦਿੱਤੀ ਜਾਵੇ, ਸ਼ਰਾਬ ਪਿਆ ਦਈਏ, ਹਾਥੀ ਵਿੱਚ ਜ਼ੋਰ ਤੇ ਪਹਿਲਾਂ ਹੀ ਹੈ, ਖੁਰਮਸਤੀ ਤੇ ਪਹਿਲਾਂ ਬੜੀ ਕਰਦਾ, ਨੁਕਸਾਨ ਤੇ ਉਹ ਪਹਿਲਾਂ ਹੀ ਬੜਾ ਕਰਦਾ ਪਿਆ, ਤਾਕਤ ਹੈ, ਇੱਧਰ ਸਿਰ ਮਾਰਦਾ, ਇੱਧਰ ਆਪਣੀ ਸੁੰਡ ਮਾਰਦਾ। ਪਰ ਜੇ ਉਸ ਤਾਕਤ ਵਾਲੇ ਹਾਥੀ ਨੂੰ ਸ਼ਰਾਬ ਪਿਲਾ ਦਈਏ ਫਿਰ ਹੋਰ ਤਾਕਤ ਵਾਲਾ ਹੋ ਗਿਆ, ਫਿਰ ਤੇ ਉਹ ਨੁਕਸਾਨ ਕਰੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਇਸੇ ਤਰ੍ਹਾਂ ਸਾਡਾ ਮਨ ਜਿਹੜਾ ਨਾ ਹਾਥੀ ਵਾਂਗ ਹੈ, ਬੜਾ ਤਾਕਤ ਵਾਲਾ, ਪਰ ਇੱਥੇ ਸ਼ਰਾਬ ਕਿਹੜੀ ਪਿਲਾਉਣੀ ਹੈ? ਜਿਹੜੀ ਹੰਗਤਾ ਰੱਖਣੀ, ਮਮਤਾ ਰੱਖਣੀ, ਹੰਕਾਰ ਤੇ ਮੋਹ, ਇਹ ਮਨ ਨੂੰ ਸ਼ਰਾਬ ਦੇਣ ਵਾਲੀ ਗੱਲ ਹੈ। ਜਿਵੇਂ ਹਾਥੀ ਨੂੰ ਸ਼ਰਾਬ ਪਿਲਾਈਏ ਤੇ ਉਹ ਬਹੁਤਾ ਨੁਕਸਾਨ ਕਰਦਾ, ਹਾਥੀ ਪਹਿਲਾਂ ਹੀ ਤਾਕਤ ਵਾਲਾ, ਸ਼ਰਾਬ ਪੀ ਕੇ ਹੋਰ ਉਸਨੇ ਦੁੱਖ ਦਿੱਤਾ ਹੈ। ਇਹ ਮਨ ਵੀ ਤਾਕਤ ਵਾਲਾ ਹੀ ਹੈ ਗੁਰਮੁਖੋ, ਜਿਹੜਾ ਹੰਕਾਰ ਕਰ ਲਿਆ ਵੀ ਹਾਂ ਮੇਰੇ ਵਰਗਾ ਤੇ ਹੈ ਕੋਈ ਨਹੀਂ, ਇਹ ਹੰਕਾਰ ਜਿਹੜਾ ਹੈ ਨਾ ਇਸ ਮਨ ਰੂਪੀ ਹਾਥੀ ਨੂੰ ਸ਼ਰਾਬ ਪਿਲਾਉਣ ਵਾਲੀ ਗੱਲ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਮੈਗਲ ਮੈਂ ਮਤ ਮਿਕਦਾਰਾ। ਇਹ ਮਨ ਹਾਥੀ ਹੈ ਤੇ ਇਸ ਹਾਥੀ ਰੂਪੀ ਮਨ ਨੂੰ ਹੰਗਤਾ ਮਮਤਾ ਰੂਪੀ ਜਿਨ੍ਹਾਂ ਨੇ ਸ਼ਰਾਬ ਪਿਲਾਈ ਹੈ ਨਾ, ਤੇ ਇਹ ਫਿਰ ਜਿਹੜਾ ਮਨ ਹੈ ਇਹ ਹਾਥੀ ਵਾਂਗ ਬੜਾ ਵੱਡਾ ਤਾਕਤ ਵਾਲਾ ਬਣ ਜਾਂਦਾ ਹੈ। ਗੁਰ ਅੰਕਸ ਮਾਰ ਜਵਾਲਣ ਹਾਰਾ। ਪਰ ਗੁਰਮੁਖੋ ਹਾਥੀ ਸ਼ਰਾਬ ਜਿੰਨੀ ਮਰਜ਼ੀ ਪੀ ਲਵੇ ਤੇ ਤਾਕਤ ਵਾਲਾ ਜਿੰਨਾ ਮਰਜ਼ੀ ਬਣ ਜਾਵੇ, ਜਿਹੜਾ ਮਹਾਵਤ ਬੈਠਾ ਨਾ ਹਾਥੀ ਦੇ ਸਿਰ ਦੇ ਉੱਪਰ ਚੜ੍ਹ ਕੇ ਤੇ ਉਹਨੇ ਲੋਹੇ ਦਾ ਕੁੰਡਾ ਹੱਥ ਵਿੱਚ ਫੜਿਆ, ਮਸਤੇ ਹੋਏ ਹਾਥੀ ਦੇ ਸਿਰ ਵਿੱਚ ਜਦੋਂ ਕੁੰਡਾ ਵੱਜਦਾ ਤੇ ਉਹ ਵੀ ਚੀਕਾਂ ਮਾਰਦਾ, ਉਸ ਵੇਲੇ ਹੁਕਮ ਪੁੱਛਦਾ ਵੀ ਦੱਸੋ ਕੀ ਕਰਾਂ, ਮੈਨੂੰ ਮਾਰੋ ਨਾ ਪਰ ਮੈਂ ਤੁਹਾਡਾ ਕਹਿਣਾ ਮੰਨਣ ਵਾਸਤੇ ਤਿਆਰ ਹਾਂ। ਹੁਣ ਵੇਖੋ ਹਾਥੀ ਤਾਕਤ ਵਾਲਾ ਹੈ, ਸ਼ਰਾਬ ਪੀ ਕੇ ਹੋਰ ਭੁੱਤਰਿਆ, ਹੋਰ ਤਾਕਤ ਵਾਲਾ ਹੋ ਗਿਆ। ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਮਹਾਵਤ ਇੱਕ ਬੈਠਾ ਸਿਰ ਦੇ ਉੱਪਰ ਚੜ੍ਹ ਕੇ ਉਹਨੇ ਕੁੰਡਾ ਮਾਰਿਆ, ਲੋਹੇ ਦਾ ਰੱਖ ਕੇ ਸਿਰ ਦੇ ਉੱਪਰ, ਆਖਿਆ ਚੱਲ ਮੇਰਾ ਹੁਕਮ ਹੈ ਅੱਗੇ ਨੂੰ ਚੱਲ, ਕਦੇ ਆਖਿਆ ਪਿੱਛੇ ਨੂੰ ਚੱਲ, ਕਦੇ ਆਖਿਆ ਬੈਠ ਜਾ। ਤੇ ਫਿਰ ਜਿਵੇਂ ਉਹ ਮਹਾਵਤ ਕਹਿੰਦਾ ਹੈ ਨਾ ਉਹ ਹਾਥੀ ਨੂੰ ਉਵੇਂ ਕਰਨਾ ਹੀ ਪੈਂਦਾ, ਭਾਵੇਂ ਉਹ ਤਾਕਤ ਵਾਲਾ ਤੇ ਭਾਵੇਂ ਨਸ਼ੇ ਦੇ ਵਿੱਚ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰਮੁਖਾ ਇਸੇ ਤਰ੍ਹਾਂ ਗੁਰੂ ਵੀ ਮਹਾਵਤੀ ਹੀ ਹੈ, ਤੇ ਗੁਰੂ ਦਾ ਜਿਹੜਾ ਉਪਦੇਸ਼ ਹੈ ਨਾ ਸਿੱਖਿਆ, ਇਹ ਹੈ ਕੁੰਡਾ। ਜਿਵੇਂ ਮਹਾਵਤ ਨੇ ਕੁੰਡਾ ਮਾਰਿਆ ਹਾਥੀ ਦੇ ਸਿਰ ਵਿੱਚ ਤੇ ਮਸਤ ਹਾਥੀ ਨੂੰ ਵੀ ਕਹਿਣਾ ਮੰਨਣਾ ਪੈ ਗਿਆ ਹੈ, ਗੁਰੂ ਦੇ ਕੋਲ ਸ਼ਬਦ ਦਾ ਕੁੰਡਾ ਹੈ। ਸਾਡੇ ਮਨ ਰੂਪੀ ਹਾਥੀ ਨੂੰ ਮਹਾਰਾਜ ਝਾਟੀ ਵਸ ਕਰਨ ਦੀ ਸਮਰੱਥਾ ਰੱਖਦੇ ਨੇ, ਵਸੀਕਾਰ ਝਾਟੀ ਕਰ ਲੈਂਦੇ ਇਹ ਮਨ। ਗੁਰ ਅੰਕਸ ਮਾਰ, ਗੁਰੂ ਪਾਤਸ਼ਾਹ ਅੰਕਸ ਕਹੀਏ ਕੁੰਡਾ ਮਾਰਦੇ, ਕਾਹਦਾ ਕੁੰਡਾ ਮਾਰਦੇ? ਉਪਦੇਸ਼ ਦਾ, ਨਾਮ ਬਾਣੀ ਦਾ, ਸਿੱਖਿਆ ਰੂਪੀ ਕੁੰਡਾ ਮਾਰ ਕੇ ਇਸ ਮਨ ਨੂੰ ਮਹਾਰਾਜ ਜੀ ਮਰੇ ਹੋਏ ਨੂੰ ਜਿਉਂਦਿਆਂ ਕਰ ਦਿੰਦੇ ਹਨ। ਮਨ ਅਸਾਧ ਸਾਧੈ ਜਨ ਕੋਈ। ਇਹ ਜਿਹੜਾ ਮਨ ਹੈ ਨਾ ਗੁਰਮੁਖੋ ਅਸਾਧ ਹੈ, ਨਾ ਸਾਧਿਆ ਜਾਣ ਵਾਲਾ, ਕਿਉਂਕਿ ਤਾਕਤ ਵਾਲਾ ਹੈ ਨਾ, ਤਾਕਤ ਵਾਲੇ ਨੂੰ
ਕਾਬੂ ਕਰਨਾ ਔਖਾ ਹੈ। ਹਾਥੀ ਨੂੰ ਕਾਬੂ ਕਰਨਾ ਬੜਾ ਔਖਾ ਹੈ, ਬੱਕਰੀ ਨੂੰ ਕਾਬੂ ਕਰਨਾ ਸੌਖਾ, ਕਮਜ਼ੋਰ ਹੈ। ਮਹਾਰਾਜ ਕਹਿਣ ਲੱਗੇ ਗੁਰਮੁਖੋ, ਇਹ ਮਨ ਹਾਥੀ ਹੈ ਨਾ, ਇਹਨੇ ਸਾਧਨਾ ਬੜਾ ਔਖਾ ਹੈ, ਪਰ ਇਸ ਨੂੰ ਸਾਧਨ ਵਾਲੇ ਵੀ ਦੁਨੀਆ 'ਤੇ ਬੈਠੇ ਨੇ। ਤਾਕਤ ਵਾਲੇ ਹਾਥੀ ਨੂੰ ਵੀ ਕਹਿਣੇ ਵਿੱਚ ਲਿਆਉਣ ਵਾਲੇ ਬੈਠੇ ਨੇ। ਮਨ ਭਾਵੇਂ ਤਾਕਤ ਵਾਲਾ, ਛੇਤੀ ਕੀਤਿਆਂ ਸਾਧਿਆ ਨਹੀਂ ਜਾ ਸਕਦਾ, ਪਰ ਪਾਤਸ਼ਾਹ ਕਹਿਣ ਲੱਗੇ ਹੈਨ ਦੁਨੀਆ ਵਿੱਚ ਐਸੇ ਵਿਅਕਤੀ ਜਿਹੜੇ ਮਨ ਨੂੰ ਸਾਧ ਲੈਂਦੇ ਹਨ। ਅਚਰ ਚਰੈ ਤਾਂ ਨਿਰਮਲ ਹੋਈ। ਜਿਹੜੇ ਆਚਰਨ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਗੁਰਮੁਖ ਫਿਰ ਇਹਨਾਂ ਨੂੰ ਵੀ ਚਰ ਕਹੀਏ ਖਤਮ ਕਰ ਦਿੰਦੇ, ਅਭਾਵ ਕਰ ਦਿੰਦੇ, ਤੇ ਉਹਨਾਂ ਦੇ ਮਨ ਫਿਰ ਨਿਰਮਲ ਹੋ ਜਾਂਦੇ ਹਨ। ਗੁਰਮੁਖ ਇਹੋ ਮਨ ਲਿਆ ਸਵਾਰ। ਗੁਰਮੁਖਾਂ ਨੇ ਮਨ ਆਪਣਾ ਸਵਾਰ ਲਿਆ ਹੈ। ਗੁਰਮੁਖਾਂ ਨੇ ਨਾਮ ਜਪ ਕੇ ਮਨ ਨੂੰ ਆਪਣੇ ਨੂੰ ਸਵਾਰਿਆ ਹੈ। ਹਉਮੈ ਵਿੱਚੋਂ ਤਜਾ ਵਿਕਾਰ। ਉਹਨਾਂ ਗੁਰਮੁਖਾਂ ਨੇ ਹਉਮੈ ਰੂਪੀ ਵਿਕਾਰ ਸਾਰੇ ਕੱਢ ਦਿੱਤੇ, ਛੱਡ ਦਿੱਤੇ, ਪਰੇ ਕਰ ਦਿੱਤੇ। ਗੁਰਮੁਖੋ ਹਉਮੈ ਵੀ ਇੱਕ ਵਿਕਾਰ ਹੈ। ਕਈ ਵਾਰੀ ਇਹ ਗੱਲ ਅਸੀਂ ਬੜੀ ਫੁੱਲ ਕੇ ਕਹਿ ਦਿੰਦੇ, ਆਹ ਕੰਮ ਤੇ ਮੈਂ ਕਰ ਸਕਦਾ, ਜੇ ਮੈਂ ਨਾ ਹੁੰਦਾ ਤੇ ਹੋਣਾ ਨਹੀਂ। ਪਰ ਹੈ ਅਸਲ ਦੇ ਵਿੱਚ ਇਹ ਵੀ ਇੱਕ ਬਿਮਾਰੀ ਹੈ, ਇਹ ਵੀ ਇੱਕ ਮੈਲ ਹੀ ਹੈ, ਇਹ ਵੀ ਇੱਕ ਵਿਕਾਰ ਹੀ ਹੈ, ਜਿਹੜਾ ਇਹ ਕਹਿ ਦੇਣਾ ਵੀ ਮੇਰੇ ਤੋਂ ਬਿਨਾਂ ਤੇ ਪਤਾ ਨਹੀਂ ਹਿੱਲੇਗਾ। ਕਹਿੰਦੇ ਗੱਲ ਅਸੀਂ ਇਹ ਆਪਣੇ ਮਾਣ ਵਿੱਚ ਹਾਂ ਵੀ ਸ਼ਾਇਦ ਮੇਰੀ ਇਹਦੇ ਵਿੱਚ ਵਡਿਆਈ ਹੋ ਰਹੀ ਹੈ, ਪਰ ਮੈਲ ਵਿੱਚ ਗੁਰਮੁਖੋ ਕਾਹਦੀ ਵਡਿਆਈ ਹੁੰਦੀ ਹੈ? ਮੈਲ ਵਿੱਚ ਵਡਿਆਈ ਨਹੀਂ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਇਹ ਹਉਮੈ ਰੂਪੀ ਜਿਹੜਾ ਵਿਕਾਰ ਹੈ, ਇਸ ਨੂੰ ਮਨ ਵਿੱਚੋਂ ਕੱਢ ਦੇਣਾ ਕਰ। ਜੋ ਤੁਰ ਰੱਖਿਆਨ ਮੇਲ ਮਿਲਾਏ। ਜਿਹੜੇ ਤੁਰ ਤੋਂ ਸਤਿਗੁਰਾਂ ਨੇ ਆਪਣੇ ਮੇਲ ਵਿੱਚ ਮਿਲਾਏ ਹੋਏ ਹਨ ਜਾਂ ਸੰਗਤ ਵਿੱਚ ਮਿਲਾਏ ਹੋਏ ਹਨ, ਕਦੇ ਨਾ ਵਿਛੜ ਹੈ ਸ਼ਬਦ ਸਮਾਏ। ਉਹ ਕਦੇ ਨਹੀਂ ਵਿਛੜਦੇ, ਜਿਹੜੇ ਸ਼ਬਦ ਬ੍ਰਹਮ ਵਿੱਚ ਸਮਾ ਜਾਂਦੇ ਹਨ। ਆਪਣੀ ਕਲਾ ਆਪੇ ਪ੍ਰਭ ਜਾਣੈ। ਆਪਣੀ ਸ਼ਕਤੀ ਨੂੰ ਪ੍ਰਮਾਤਮਾ ਅਕਾਲ ਪੁਰਖ ਨਿਰੰਕਾਰ ਆਪੇ ਜਾਣਦੇ ਹਨ। ਨਾਨਕ ਗੁਰਮੁਖ ਨਾਮ ਪਛਾਣੈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਉਹ ਜਿਹੜੇ ਗੁਰਮੁਖ ਨੇ ਨਾਮ ਨੂੰ ਪਛਾਣਦੇ ਨੇ, ਨਾਮ ਨੂੰ ਜਪਦੇ ਨੇ, ਨਾਮ ਦੀ ਕਮਾਈ ਕਰਨ ਵਾਲੇ ਪ੍ਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਵਾਲੇ ਬਣ ਜਾਂਦੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ, ਜੋ ਹੋਗਾ ਸਾਹਿਬ ਸਿਓ ਮੇਲ। ਆਪਣੀ ਕਲਾ ਆਪੇ ਪ੍ਰਭ ਜਾਣੈ। ਨਾਨਕ ਗੁਰਮੁਖ ਨਾਮ ਪਛਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ।